Good afternoon, students. Today we are going to discuss about the next topic, that is the computation of amount due to retiring partner. ਜਦੋਂ ਇੱਕ ਪਾਰਟਨਰ ਰਿਟਾਇਰ ਹੁੰਦਾ ਆ ਤੇ ਉਹਨੂੰ ਆਪਾਂ ਕੀ ਅਮਾਉਂਟ ਜਿਹੜਾ ਆ ਉਹਦੇ ਅਕਾਊਂਟ ਵਿੱਚ ਟ੍ਰਾਂਸਫਰ ਕਰਨਾ ਆ, ਕਿਹੜੇ ਕ੍ਰੈਡਿਟ ਬੈਲੈਂਸਸ ਨੇ ਤੇ ਕਿਹੜੇ ਡੈਬਿਟ ਬੈਲੈਂਸਸ ਨੇ, ਉਹ ਆਪਾਂ ਇੱਥੇ ਡਿਸਕਸ ਕਰਾਂਗੇ। ਜਿੱਦਾਂ ਕਿ ਤੁਸੀਂ ਐਡਮਿਸ਼ਨ ਪਾਰਟਨਰ ਵਿੱਚ ਪਾਰਟਨਰ ਦਾ ਕੈਪੀਟਲ ਅਕਾਊਂਟ ਬਣਾਉਣਾ ਸਟਾਰਟ ਕੀਤਾ ਸੀਗਾ, ਸੇਮ ਵਿਦ ਦਾ ਰਿਟਾਇਰਿੰਗ ਆਲਸੋ ਪਾਰਟਨਰ ਦਾ ਕ੍ਰੈਡਿਟ ਬੈਲੈਂਸ ਟ੍ਰਾਂਸਫਰ ਕੀਤਾ ਜਾਂਦਾ ਸਭ ਤੋਂ ਪਹਿਲਾਂ। ਓਪਨਿੰਗ ਕ੍ਰੈਡਿਟ ਬੈਲੈਂਸ, ਅਗਰ ਲਾਇਬਿਲਿਟੀ ਸਾਈਡ ਦੇ ਵਿੱਚ ਪਾਰਟਨਰ ਦਾ ਕੋਈ ਕੈਪੀਟਲ ਬੈਲੈਂਸ ਦਿੱਤਾ ਆ ਤੇ ਉਹ ਪਾਰਟਨਰ ਕੈਪੀਟਲ ਅਕਾਊਂਟ ਦੇ ਵਿੱਚ ਕ੍ਰੈਡਿਟ ਸਾਈਡ, ਇਟ ਮੀਨ ਜਿਹੜਾ ਆਪਾਂ ਬਾਈ ਸਾਈਡ ਲਿਖਦੇ ਆ ਉਹਦੇ ਟ੍ਰਾਂਸਫਰ ਕਰਾਂਗੇ। ਨੈਕਸਟ ਇਜ਼ ਸ਼ੇਅਰ ਇਨ ਦਾ ਪ੍ਰੋਫਿਟ ਔਨ ਰੀਵੈਲੂਏਸ਼ਨ ਆਫ ਐਸਟ ਐਂਡ ਰੀਅਸੈਸਮੈਂਟ ਆਫ ਲਾਇਬਿਲਿਟੀ, ਜਿਹੜਾ ਕਿ ਰੀਵੈਲੂਏਸ਼ਨ ਅਕਾਊਂਟ ਦੇ ਪ੍ਰੋਫਿਟ ਹੁੰਦਾ ਆ ਉਹ ਵੀ ਬਾਈ ਸਾਈਡ ਟ੍ਰਾਂਸਫਰ ਹੋਏਗਾ। ਸ਼ੇਅਰ ਆਫ ਰਿਜ਼ਰਵ ਐਂਡ ਐਕੂਮੂਲੇਟਿਡ ਪ੍ਰੋਫਿਟ, ਜਿਹੜਾ ਵੀ ਕੋਈ ਰਿਜ਼ਰਵਸ ਵਗੈਰਾ ਹੁੰਦੇ ਆ ਉਹ ਵੀ ਪਾਰਟਨਰ ਕੈਪੀਟਲ ਅਕਾਊਂਟ ਦੇ ਬਾਈ ਸਾਈਡ ਟ੍ਰਾਂਸਫਰ ਕੀਤੇ ਜਾਂਦੇ ਆ। ਸ਼ੇਅਰ ਆਫ ਗੁੱਡਵਿਲ ਆਫ ਦਾ ਫਰਮ, ਗੁੱਡਵਿਲ ਦਾ ਟ੍ਰੀਟਮੈਂਟ ਤੁਹਾਨੂੰ ਆਲਰੇਡੀ ਪਹਿਲਾਂ ਦੱਸਿਆ ਆ। ਗੇਨਿੰਗ ਪਾਰਟਨਰ ਟੂ ਰਿਟਾਇਰਿੰਗ ਪਾਰਟਨਰ ਜਿਹੜਾ ਆਪਾਂ ਜਨਰਲ ਐਂਟਰੀ ਕਰਦੇ ਹਾਂ ਉਹਦੇ ਅਕੋਰਡਿੰਗ ਅਕਾਊਂਟਿੰਗ ਟ੍ਰੀਟਮੈਂਟ ਹੋਏਗਾ ਇਹਦਾ। ਸ਼ੇਅਰ ਆਫ ਪ੍ਰੋਫਿਟ ਅਪ ਟੂ ਦੀ ਡੇਟ ਆਫ ਰਿਟਾਇਰਮੈਂਟ, ਜਿਹੜੇ ਡੇਟ ਤੱਕ ਪਾਰਟਨਰ ਨੇ ਵਰਕ ਕੀਤਾ ਆ ਉਨੇ ਟਾਈਮ ਤੱਕ ਆਪਾਂ ਉਹਨੂੰ ਉਹਦਾ ਸ਼ੇਅਰ ਆਫ ਪ੍ਰੋਫਿਟ ਦੇਣਾ ਹੁੰਦਾ ਆ। ਐਂਡ ਇਸ ਪ੍ਰੋਫਿਟ ਨੂੰ ਆਪਾਂ ਬਾਏ ਪ੍ਰੋਫਿਟ ਐਂਡ ਲਾਸ ਸਸਪੈਂਸ ਅਕਾਊਂਟ ਕਰਕੇ ਸ਼ੋ ਕਰਦੇ ਹਾਂ। ਦੈਨ ਸੈਲਰੀ ਔਰ ਇੰਟਰਸਟ ਔਨ ਕੈਪੀਟਲ ਡਿਊ ਟੂ ਦੀ ਰਿਟਾਇਰਿੰਗ ਪਾਰਟਨਰ ਟਿਲ ਦਾ ਡੇਟ ਆਫ ਹਿਸ ਰਿਟਾਇਰਮੈਂਟ, ਅਗਰ ਕੋਈ ਡੀਡ ਦੇ ਵਿੱਚ ਇੰਟਰਸਟ ਔਨ ਕੈਪੀਟਲ ਜਾਂ ਫਿਰ ਸੈਲਰੀ ਮੈਂਸ਼ਨ ਕੀਤੀ ਆ ਤੇ ਉਹ ਵੀ ਆਪਾਂ ਪਾਰਟਨਰਸ ਨੂੰ ਜਿੰਨੇ ਟਾਈਮ ਤੱਕ ਉਹਨੇ ਕੰਪਨੀ 'ਚ ਵਰਕ ਕੀਤਾ ਆ ਉਹਨੇ ਟਾਈਮ ਤੱਕ ਉਹਦਾ ਅਮਾਊਂਟ ਕੈਲਕੂਲੇਟ ਕਰਕੇ ਉਹਨੂੰ ਪੇ ਕਰਨਾ ਆ। ਨਾਓ ਡੈਬਿਟ ਸਾਈਡ ਦੇ ਵਿੱਚ ਕੀ ਆਏਗਾ, ਅਗਰ ਐਸਟ ਸਾਈਡ ਪਾਰਟਨਰ ਦਾ ਕੈਪੀਟਲ ਅਕਾਊਂਟ ਬੈਲੈਂਸ ਦਿੱਤਾ ਆ ਤੇ ਉਹ ਟੂ ਸਾਈਡ ਟ੍ਰਾਂਸਫਰ ਹੋਏਗਾ। ਦੈਨ ਸ਼ੇਅਰ ਇਨ ਲਾਸ ਔਨ ਰੀਵੈਲੂਏਸ਼ਨ ਆਫ ਐਸਟ, ਅਗਰ ਰੀਵੈਲੂਏਸ਼ਨ ਅਕਾਊਂਟ ਦਾ ਲਾਸ ਹੋਇਆ ਆ ਤਾਂ ਉਹ ਵੀ ਟੂ ਸਾਈਡ ਸ਼ੋ ਹੋਏਗਾ। ਡਰਾਇੰਗਸ ਨੇ ਦਿੱਤੀਆਂ ਤੇ ਡਰਾਇੰਗਸ ਟੂ ਸਾਈਡ ਤੇ ਸ਼ੋ ਹੋਣਗੀਆਂ। ਐਂਡ ਸਿਮਿਲਰਲੀ ਉਹਦਾ ਇੰਟਰਸਟ ਔਨ ਡਰਾਇੰਗ ਵੀ ਚਾਰਜ ਹੋਏਗਾ ਐਂਡ ਉਹ ਵੀ ਡੈਬਿਟ ਸਾਈਡ ਹੀ ਲਿਖਿਆ ਜਾਏਗਾ। ਸ਼ੇਅਰ ਇਨ ਐਕੂਮੂਲੇਟਿਡ ਲਾਸਿਸ ਆਫ ਪਾਸਟ ਈਅਰ ਔਰ ਈਅਰਸ, ਅਗਰ ਕੋਈ ਤੁਹਾਨੂੰ ਲਾਸ ਦਿੱਤਾ ਹੋਇਆ ਆ, ਕਈ ਵਾਰੀ ਕੀ ਹੈ ਐਸਿਡ ਦੇ ਵਿੱਚ ਦਿੱਤਾ ਹੁੰਦਾ ਪ੍ਰੋਫਿਟ ਐਂਡ ਲਾਸ ਅਕਾਊਂਟ ਜਾਂ ਐਡਵਰਟੀਜ਼ਮੈਂਟ ਸਸਪੈਂਸ ਦਿੱਤਾ ਹੁੰਦਾ ਆ, ਤੇ ਉਹ ਵੀ ਆਪਾਂ ਪਾਰਟਨਰਸ ਕੈਪੀਟਲ ਅਕਾਊਂਟ ਦੇ ਟੂ ਸਾਈਡ ਡੈਬਿਟ ਸਾਈਡ ਡਿਸਟਰੀਬਿਊਟ ਕਰਾਂਗੇ ਅਮੰਗ ਆਲ ਦੀ ਪਾਰਟਨਰਸ ਇਨ ਦੀ ਓਲਡ ਰੇਸ਼ੋ। ਐਡਵਾਂਸ ਔਰ ਲੋਨ ਟੇਕਨ ਬਾय ਹਿਮ ਫਰੋਮ ਦਾ ਫਰਮ ਇਫ ਐਨੀ, ਅਗਰ ਰਿਟਾਇਰਿੰਗ ਪਾਰਟਨਰ ਨੇ ਫਰਮ ਤੋਂ ਕੋਈ ਲੋਨ ਲਿਆ ਆ ਤਾਂ ਉਹ ਵੀ ਡੈਬਿਟ ਸਾਈਡ ਟ੍ਰਾਂਸਫਰ ਹੋਏਗਾ। ਨਾਓ ਦਿਸ ਇਜ਼ ਵਨ ਆਫ ਦੀ ਐਗਜ਼ਾਮਪਲ ਜਿਹਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿ ਰਿਟਾਇਰਿੰਗ ਪਾਰਟਨਰ ਦਾ ਸ਼ੇਅਰ ਆਫ ਪ੍ਰੋਫਿਟ ਅਪ ਟੂ ਦੀ ਡੇਟ ਆਫ ਰਿਟਾਇਰਮੈਂਟ ਕਿੱਦਾਂ ਕੈਲਕੂਲੇਟ ਕਰੀਦਾ ਆ ਐਂਡ ਗੁੱਡਵਿਲ ਅਕਾਊਂਟ ਜਿਹੜਾ ਆ ਉਹਦਾ ਟ੍ਰੀਟਮੈਂਟ ਕਿੱਦਾਂ ਹੁੰਦਾ ਆ। ਸੋ C and D are the partners, ratio is equal 1:1. C retires on 30th September 2019, ਸੈਸ਼ਨ ਜਿਹੜਾ ਐਂਡ ਹੋ ਰਿਹਾ 31st March 2020 ਨੂੰ ਐਂਡ ਪਾਰਟਨਰ ਰਿਟਾਇਰ ਹੋਇਆ 30th September ਨੂੰ। His share of profit to the date of retirement calculated on the basis of average profit of 3 preceding completed years, ਮੀਨ ਜਿਹੜੇ ਪਿਛਲੇ 3 ਸਾਲ ਪ੍ਰੋਸੀਡ ਹੋਏ ਆ ਉਹਨਾਂ ਦੇ ਐਵਰੇਜ ਪ੍ਰੋਫਿਟ ਪਹਿਲਾਂ ਕੈਲਕੂਲੇਟ ਕਰੋਗੇ ਐਂਡ ਉਹਦੇ ਬੇਸ ਤੇ C ਦਾ ਜਿਹੜਾ ਆ ਤੁਸੀਂ ਸ਼ੇਅਰ ਆਫ ਪ੍ਰੋਫਿਟ ਕੈਲਕੂਲੇਟ ਕਰਨਾ ਆ। ਸੋ ਇਹ ਇੱਥੇ ਕੀ ਕੀਤਾ ਆਪਾਂ, ਸਭ ਤੋਂ ਪਹਿਲਾਂ ਐਵਰੇਜ ਪ੍ਰੋਫਿਟ ਫਾਈਂਡ ਆਊਟ ਕੀਤਾ ਆ, 3 ਸਾਲ ਦੇ ਪ੍ਰੋਫਿਟ ਨੂੰ ਐਡ ਕਰ ਲਿਆ, 3 ਨਾਲ ਡਿਵਾਈਡ ਕਰ ਲਿਆ, ਐਵਰੇਜ ਆ ਗਿਆ। C ਦਾ ਸ਼ੇਅਰ ਆਫ ਪ੍ਰੋਫਿਟ ਕੱਢਿਆ, ਜਿੰਨਾ ਐਵਰੇਜ ਆਇਆ ਮਲਟੀਪਲਾਈ ਬਾय C ਦਾ ਸ਼ੇਅਰ ਕਿਉਂਕਿ ਇਕੁਅਲ ਸੀਗੇ ਸੋ 1/2 ਦਾ ਸ਼ੇਅਰ ਹੋ ਗਿਆ ਐਂਡ 6/12 ਕਿਉਂਕਿ 6 ਮੰਥ ਉਹਨੇ ਵਰਕ ਕੀਤਾ ਆ। ਸੈਸ਼ਨ ਸਟਾਰਟ ਹੁੰਦਾ ਹੈ 1 April ਤੋਂ ਐਂਡ ਉਹ ਰਿਟਾਇਰ ਹੋਇਆ 30 September, ਸੋ 6 ਮੰਥ ਬਣਦੇ ਆ। 6 ਮੰਥ ਦੇ ਅਕੋਰਡਿੰਗ ਉਹਦਾ ਸ਼ੇਅਰ ਆਫ ਪ੍ਰੋਫਿਟ ਆਇਆ 550। ਗੁੱਡਵਿਲ ਬਾਰੇ ਐਡਜਸਟਮੈਂਟ ਸੀਗੀ ਕਿ ਗੁੱਡਵਿਲ ਇਜ਼ ਟੂ ਬੀ ਕੈਲਕੂਲੇਟਡ 1.5 ਟਾਈਮਸ ਆਫ ਐਵਰੇਜ ਪ੍ਰੋਫਿਟ, ਇਟ ਮੀਨ ਜਿਹੜਾ ਐਵਰੇਜ ਪ੍ਰੋਫਿਟ ਆਇਆ ਉਹਦਾ 1/2। ਗੁੱਡਵਿਲ ਐਵਰੇਜ ਆਈ ਸੀਗੀ 2200, ਉਹਦਾ 1/2 ਆਪਾਂ ਹੋਲ ਫਰੈਕਸ਼ਨ 'ਚ ਕਨਵਰਟ ਕਰ ਲਿਆ, 3/2 ਆ ਗਿਆ। 3300 ਜਿਹਦੇ ਵਿੱਚੋਂ ਆਪਾਂ C ਦਾ ਸ਼ੇਅਰ ਫਾਈਂਡ ਆਊਟ ਕੀਤਾ ਤੇ ਆਂਸਰ ਆਇਆ 1650। ਨਾ ਕਈ ਸਟੂਡੈਂਟਸ ਨੂੰ ਅਗਰ ਇਹ ਪ੍ਰੋਬਲਮ ਹੋਣੀ ਆ ਕਿ 1.5 ਕਿੱਦਾਂ ਆਇਆ, ਸੋ ਉਹਦੇ ਲਈ ਦੇਖੋ 1.5 ਲਿਖਿਆ ਆ, ਤੁਸੀਂ 1 ਤੇ 2 ਦੀ ਮਲਟੀਪਲਾਈ ਕਰਨੀ ਆ, ਜਿਹੜੇ ਆਹ ਦੋ ਨੰਬਰਸ ਆ ਇਹਨਾਂ ਦੀ ਮਲਟੀਪਲਾਈ ਕਰਨੀ ਆ 3/2। ਪਹਿਲਾਂ 1 ਤੇ 2 ਨੂੰ ਮਲਟੀਪਲਾਈ ਕੀਤਾ 2 ਆਇਆ, ਦੈਨ ਉਹਦੇ ਵਿੱਚ ਨਿਊਮਰੇਟਰ ਪਲੱਸ ਕੀਤਾ 1, ਸੋ /2 3/2 ਆਏਗਾ। ਸੋ ਦਿਸ ਇਜ਼ ਹਾਊ ਅਗਰ ਤੁਹਾਨੂੰ ਕੋਈ ਮਿਕਸ ਫਰੈਕਸ਼ਨ ਦਿੱਤਾ ਆ ਉਹਨੂੰ ਹੋਲ ਫਰੈਕਸ਼ਨ 'ਚ ਕਿੱਦਾਂ ਕਨਵਰਟ ਕਰਨਾ ਆ।
ਨੈਕਸਟ ਦਿਸ ਇਜ਼ ਦਾ ਕੁਐਸਚਨ ਜਿਹਦੇ ਵਿੱਚ ਪਾਰਟਨਰ ਦਾ ਰੀਵੈਲੂਏਸ਼ਨ ਅਕਾਊਂਟ ਬਣਾਉਣਾ ਆ, ਪਾਰਟਨਰ ਕੈਪੀਟਲ ਅਕਾਊਂਟ ਬਣਾਉਣਾ ਆ ਐਂਡ ਬੈਲੈਂਸ ਸ਼ੀਟ ਬਣਾਉਣੀ ਆ। ਇਹ ਐਡਜਸਟਮੈਂਟਸ ਨੇ। ਰੀਵੈਲੂਏਸ਼ਨ ਅਕਾਊਂਟ ਬਣਾਇਆ, ਕੁਐਸਚਨ ਵਿੱਚ ਬੈਡ ਡੈਟਸ ਟੂ ਬੀ ਰਿਟਨ ਆਫ ਲਿਖਿਆ ਸੀਗਾ। ਪੇਟੈਂਟਸ ਵੈਲਿਊਲੈਸ ਨੇ, ਇਟ ਮੀਨਸ ਪੇਟੈਂਟ ਡਿਕਰੀਜ਼ ਹੋ ਗਏ ਐਂਡ ਲਾਸ ਔਨ ਰੀਵੈਲੂਏਸ਼ਨ ਆ ਗਿਆ 11,000 ਜਿਹੜਾ ਕਿ ਆਪਾਂ 2:1 ਰੇਸ਼ੋ ਦੇ ਵਿੱਚ ਡਿਵਾਈਡ ਕਰਤਾ। ਨੈਕਸਟ ਇਜ਼ ਪਾਰਟਨਰਸ ਕੈਪੀਟਲ ਅਕਾਊਂਟ, ਪਾਰਟਨਰ ਦੇ ਕੈਪੀਟਲ ਅਕਾਊਂਟ ਟ੍ਰਾਂਸਫਰ ਕੀਤਾ, ਰਿਜ਼ਰਵ ਡਿਸਟਰੀਬਿਊਟ ਕੀਤਾ 올ਡ ਰੇਸ਼ੋ 'ਚ, ਰੀਵੈਲੂਏਸ਼ਨ ਦਾ ਲਾਸ ਟੂ ਸਾਈਡ 'ਤੇ ਟ੍ਰਾਂਸਫਰ ਕਰਤਾ ਐਂਡ ਗੁੱਡਵਿਲ ਦੇਖੋ ਕਿੱਦਾਂ ਕੈਲਕੂਲੇਟ ਕੀਤੀ ਆ। ਪੂਰੇ ਫਰਮ ਦੀ ਗੁੱਡਵਿਲ ਦਿੱਤੀ ਹੋਈ ਸੀ 70,000, 70,000 ਵਿੱਚੋਂ ਵਾਈ ਰਿਟਾਇਰ ਹੋਇਆ ਆ, ਰੇਸ਼ੋ ਕਿਉਂਕਿ 2:1 ਆ ਤੇ ਵਾਈ ਦਾ ਸ਼ੇਅਰ ਬਣਿਆ 2:5। ਵਾਈ ਦਾ ਸ਼ੇਅਰ ਆਇਆ 28,000 ਜਿਹੜਾ ਕਿ ਐਕਸ ਤੇ ਜ਼ੈਡ ਦੋਵੇਂ ਆਪਣੇ ਰਿਮੇਨਿੰਗ ਸ਼ੇਅਰ ਜਿਹੜਾ ਕਿ ਗੇਨਿੰਗ ਰੇਸ਼ੋ ਬਣ ਗਿਆ ਆ 2:1 ਦੇ ਵਿੱਚ ਉਹਨੂੰ ਪੇ ਕਰਨਗੇ। ਵਾਈ ਰਿਟਾਇਰਿੰਗ ਪਾਰਟਨਰ ਆ, ਇਸ ਕਰਕੇ ਉਹਦਾ ਜਿਹੜਾ ਅਕਾਊਂਟ ਆ ਉਹ ਕੀ ਹੋਏਗਾ, ਕ੍ਰੈਡਿਟ ਹੋਏਗਾ। ਸੋ ਵਾਈ ਦਾ ਅਕਾਊਂਟ ਆਪਾਂ ਕ੍ਰੈਡਿਟ ਕਰ ਰਹੇ ਹਾਂ। ਐਕਸ ਨੇ ਦਿੱਤਾ 18,667 ਐਂਡ ਜ਼ੈਡ ਨੇ ਦਿੱਤਾ 9,333। ਸਿਮਿਲਰਲੀ ਡੈਬਿਟ ਸਾਈਡ 'ਤੇ ਤੁਸੀਂ ਐਕਸ ਦਾ ਅਤੇ ਜ਼ੈਡ ਦਾ ਜਿਹੜਾ ਅਕਾਊਂਟ ਆ ਉਹ ਡੈਬਿਟ ਕਰੋਗੇ। ਆਫਟਰ ਡੈਬਿਟਿੰਗ ਅਕਾਊਂਟ ਨੂੰ ਬੈਲੈਂਸ ਕਰ ਦੇਣਾ ਆ। ਐਕਸ ਤੇ ਜ਼ੈਡ ਦਾ ਜਿਹੜਾ ਬੈਲੈਂਸ ਆਏਗਾ ਉਹ 2 ਬੈਲੈਂਸ ਕੈਰੀ ਡਾਊਨ ਕਰਕੇ ਲਿਖਿਆ ਜਾਏਗਾ ਐਂਡ ਵਾਈ ਕਿਉਂਕਿ ਰਿਟਾਇਰ ਹੋ ਰਿਹਾ ਆ ਉਹਦਾ 2 ਵਾਈ ਲੋਨ ਕਰਕੇ 91,000 ਲਿਖਤਾ ਆ। ਆਫਟਰ ਦਿਸ ਬੈਲੈਂਸ ਸ਼ੀਟ ਕ੍ਰੈਡੀਟਰ ਤੇ ਕੋਈ ਐਡਜਸਟਮੈਂਟ ਨਹੀਂ, ਐਜ਼ ਇਟ ਇਜ਼ ਅਮਾਊਂਟ ਲਿਖਤਾ। ਵਾਈ ਦੀ ਬੈਲੈਂਸਿੰਗ ਫਿਗਰ ਆਈ ਸੀ 91,000 ਉਹ ਲਿਖਤੀ, ਐਕਸ ਤੇ ਜ਼ੈਡ ਦਾ ਬੈਲੈਂਸ ਲਿਖਤਾ। ਕੈਸ਼ ਐਜ਼ ਇਟ ਇਜ਼ ਆ, ਡੈਟਰਸ ਦੇ ਵਿੱਚੋਂ ਬੈਡ ਡੈਟ ਮਾਈਨਸ ਕਰਤਾ, ਸਟਾਕ ਐਂਡ ਬਿਲਡਿੰਗ ਐਜ਼ ਇਟ ਇਜ਼ ਆ ਗਿਆ। ਪੇਟੈਂਟਸ ਵੈਲਿਊਲੈਸ ਸੀਗੇ ਇਸ ਕਰਕੇ ਉਹਨਾਂ ਦੀ ਵੈਲਿਊ 0 ਹੋ ਗਈ, ਉਹ ਬੈਲੈਂਸ ਸ਼ੀਟ ਦੇ ਵਿੱਚ ਨਹੀਂ ਆਏਗਾ। ਸਟੂਡੈਂਟਸ ਵਨ ਥਿੰਗ ਮੋਰ, ਸਿਲੇਬਸ ਦੇ ਵਿੱਚ ਪਾਰਟਨਰਸ ਕੈਪੀਟਲ ਅਕਾਊਂਟ ਜਿਹੜਾ ਆ ਉਹ ਸਿਰਫ ਐਡਜਸਟਮੈਂਟ ਟੌਪਿਕ ਡਿਲੀਟਡ ਆ। ਇਟ ਮੀਨਸ ਕਿ ਰਿਟਾਇਰਿੰਗ ਕੇਸ ਦੇ ਵਿੱਚ ਤੁਹਾਨੂੰ ਕੈਪੀਟਲ ਅਕਾਊਂਟ ਐਡਜਸਟ ਨਹੀਂ ਕਰਨੇ ਆ। ਸੋ ਸਿੰਪਲ ਕੁਐਸਚਨਸ ਆ, ਮੀਨਸ ਕਿ ਇੱਕ ਜਿਹੜਾ ਤੁਹਾਨੂੰ ਐਕੂਮੂਲੇਟਿਡ ਪ੍ਰੋਫਿਟ ਐਂਡ ਲਾਸ ਹੈ, ਜਨਰਲ ਰਿਜ਼ਰਵ, ਰੀਵੈਲੂਏਸ਼ਨ ਆਫ ਪ੍ਰੋਫਿਟ ਐਂਡ ਲਾਸ, ਇਹਨਾਂ ਦੀ ਐਡਜਸਟਮੈਂਟਸ ਆਉਣੀਆਂ ਆ। ਕੈਪੀਟਲ ਅਕਾਊਂਟ ਦੇ ਥਰੂ ਐਡਜਸਟਮੈਂਟਸ ਕੋਈ ਨਹੀਂ ਆਏਗੀ। ਸੋ ਕਿਉਂਕਿ ਪ੍ਰੈਪਰੇਸ਼ਨ ਆਫ ਬੈਲੈਂਸ ਸ਼ੀਟ ਜਿਹੜਾ ਆ ਸਿਲੇਬਸ 'ਚ ਹੈਗਾ ਆ ਤੇ ਬਿਨਾਂ ਪਾਰਟਨਰਸ ਕੈਪੀਟਲ ਅਕਾਊਂਟ ਬਣਾਏ ਆਪਾਂ ਬੈਲੈਂਸ ਸ਼ੀਟ ਪ੍ਰਿਪੇਅਰ ਨਹੀਂ ਕਰ ਸਕਦੇ। I hope it is clear to everyone.